रोजगार ਨੂੰ ਲੈ ਕੇ ਮੁੱਖ ਮੰਤਰੀ ਚੰਨੀ ਦਾ ਵੱਡਾ ਐਲਾਨ। ਸਰਕਾਰੀ ਅਤੇ ਨਿੱਜੀ ਸੈਕਟਰ ਦੀਆਂ ਨੌਕਰੀਆਂ ਦੇ ਵਿੱਚ ਪੰਜਾਬੀਆਂ ਨੂੰ ਮਿਲੇਗੀ ਪਹਿਲ। ਹਰਿਆਣਾ ਦੀ ਤਰਜ਼ ਤੇ ਜਲਦ ਕਾਨੂੰਨ ਲਿਆਏਗੀ ਸਰਕਾਰ। ਪ੍ਰਦੂਸ਼ਣ ਨੂੰ ਲੈ ਕੇ ਸੁਪਰੀਮ ਕੋਰਟ ਸਖਤ। ਕੇਂਦਰ ਨੂੰ ਕੱਲ ਪੰਜਾਬ, ਹਰਿਆਣਾ ਤੇ ਯੂਪੀ ਦੇ ਨਾਲ ਐਮਰਜੈਂਸੀ ਮੀਟਿੰਗ ਕਰਨ ਦੇ ਦਿੱਤੇ ਹੁਕਮ। ਚੀਫ ਜਸਟਿਸ ਆਫ ਇੰਡੀਆ ਨੇ ਪੁੱਛਿਆ, ਸੂਬਿਆਂ ਨੇ ਪ੍ਰਦੂਸ਼ਣ ਰੋਕਣ ਦੇ ਲਈ ਕਿਹੜੇ ਕਦਮ ਚੁੱਕੇ। केंद्र सरकार ने सुप्रीम कोर्ट के दायर हल्फनामे क्या पराली के नाल दिल्ली के महज 4% ही होंदा है प्रदूषण। पिछली सुनवाई के सॉलीसिटर जनरल ने 30% प्रदूषण के लिए पराली नूं ठहराया सी जिम्मेवार। राष्ट्रपति नाल पंजाब बीजेपी वफद की मुलाकात जारी। करतारपुर लांघा खोलण की मंग। शाम नूं गृह मंत्री अमित शाह के नाल भी मुलाकात। कैप्टन बनाम ब्रह्मेंद्रा हुई पटियाला की सियासत। कौंसलर के बहाने शक्ति प्रदर्शन के जुटे कैप्टन ते ब्रह्मेंद्रा। वड्डा सवाल किस दे खेमे दे विच हन पटियाला के कौंसलर। 2022 ਦੀਆਂ ਚੋਣਾਂ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਨੇ ਕੀਤਾ ਗੱਠਜੋੜ। ਮਲਕੀਤ ਸਿੰਘ ਬੀਰਮੀ ਦੀ ਪਾਰਟੀ ਨਾਲ ਪਾਈ ਸਾਂਝ। ਅਲਾਇੰਸ ਤੋਂ ਬਾਅਦ ਸੁਖਦੇਵ ਸਿੰਘ ਢੀਂਡਸਾ ਨੇ ਵੱਡੀ ਜਿੱਤ ਦਾ ਭਰਿਆ ਦਮ। सत श्री अकाल, तुसीं देख रहे हो न्यूज़ 18 पंजाब, हरियाणा, हिमाचल। मैं परमिंदर सिंह तेजा। शुरुआत करते हैं वड्डी खबर तो। एक खबर रोजगार के मुद्दे दे नाल जुड़ी हुई है तो पंजाब के नौजवानों के नाल जुड़ी हुई है। रोजगार नूं लैके मुख मंत्री चन्नी दे वल्लों वड्डा ऐलान किया गया है। नौकरियां दे विच पंजाबियां नूं पहल दित्ती जावेगी। हरियाणा की तर्ज ते पंजाब सरकार कानून लियावेगी। सरकारी ते निजी सैक्टर दीयां नौकरियां दे विच कोटा तय होवेगा। जल्द चन्नी सरकार दे वल्लों कानून लियाउण दी तैयारी की जा रही है, क्योंकि इस तो पहला गवांढी सूबे हरियाणा दे विच अजिहा ही कानून लिआंदा गया जिस नूं लैके नोटिफिकेशन भी जारी कर दी गई है ते हरियाणा के नौजवानों का कोटा फिक्स किया गया है। ते हरियाणा की तर्ज से हुण पंजाब सरकार भी अजिहा ही कानून लिआउण जा रही है, क्योंकि गल पंजाब की की जाए तो रोजगार हर वारी ਵੱਡਾ ਮੁੱਦਾ ਹੁੰਦਾ है। बेरोजगारी ਨੂੰ ਲੈ ਕੇ नौजवान सड़कों ਤੇ ਉਤਰਦੇ ਨੇ। लगातार प्रदर्शन ਦੀਆਂ ਤਸਵੀਰਾਂ पंजाब के ਵੱਖ-ਵੱਖ ਕੋਨਿਆਂ ਤੋਂ ਆਉਂਦੀਆਂ ਨੇ ਤੇ ਇਸੇ रोजगार के मुद्दे ਤੇ नौजवानों ਦੇ ਨਾਲ जुड़ी हुई है ਵੱਡੀ खबर है कि मुख मंत्री चन्नी ने ਵੱਡਾ ऐलान किया कि नौकरियों 'ਚ ਪੰਜਾਬੀਆਂ ਨੂੰ ਪਹਿਲ ਦਿੱਤੀ ਜਾਵੇਗੀ। हरियाणा की तर्ज ਤੇ पंजाब सरकार के ਵੱਲੋਂ ਵੀ ਹੁਣ ਕਾਨੂੰਨ ਲਿਆਂਦਾ ਜਾਵੇਗਾ। सरकारी ਤੇ निजी सैक्टर ਦੀਆਂ नौकरियों ਦੇ ਵਿੱਚ कोटा फिक्स ਹੋਵੇਗਾ, कोटा तय किया जाएगा। रोजगार ਨੂੰ ਲੈ ਕੇ ਮੁੱਖ ਮੰਤਰੀ ਚੰਨੀ ਦਾ ਵੱਡਾ ਐਲਾਨ। ਨੌਕਰੀਆਂ ਦੇ ਵਿੱਚ ਪੰਜਾਬ 'ਚ ਵੀ ਹੁਣ ਹਰਿਆਣਾ ਦੀ ਤਰਜ਼ ਤੇ ਪੰਜਾਬੀਆਂ ਨੂੰ ਪਹਿਲ ਦਿੱਤੀ ਜਾਏਗੀ। ਸਰਕਾਰੀ ਅਤੇ ਪ੍ਰਾਈਵੇਟ ਸੈਕਟਰ ਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਨੌਕਰੀਆਂ ਪੰਜਾਬੀਆਂ ਨੂੰ ਮਿਲ ਸਕਣ, ਇਸ ਦੇ ਲਈ ਪੰਜਾਬ ਸਰਕਾਰ ਇੱਕ ਨਵਾਂ ਕਾਨੂੰਨ ਲੈ ਕੇ ਆ ਰਹੀ ਹੈ। ਮੇਰੇ ਨਾਲ ਮੰਤਰੀ ਸਾਹਿਬ ਨੇ। ਮੰਤਰੀ ਸਾਹਿਬ, ਨਵਾਂ ਕਾਨੂੰਨ ਪੰਜਾਬੀ ਕਿਹਾ ਜਾ ਰਿਹਾ ਹੈ ਕਿ ਹਿਮਾਚਲ, ਹਰਿਆਣਾ ਦੇ ਲੋਕ ਪੰਜਾਬ 'ਚ ਆ ਕੇ ਨੌਕਰੀਆਂ ਕਰਦੇ, ਪੰਜਾਬੀ ਵੰਚਿਤ ਹੋ ਜਾਂਦੇ, ਇਸੇ ਕਰਕੇ ਵਿਦੇਸ਼ਾਂ ਨੂੰ ਰਾਹ ਕਰਦੇ ਆ। ਨਵਾਂ ਕਾਨੂੰਨ ਕੋਈ ਲੈ ਕੇ ਆ ਰਹੇ ਹੋ? ਕੀ ਫਾਰਮੂਲਾ ਤਿਆਰ ਕੀਤਾ ਜਾ ਰਿਹਾ? ਨਹੀਂ, ਉਹ ਬੇਸਿਕ ਕਾਨੂੰਨ ਹੀ ਆ। ਐਕਚੁਅਲੀ ਅਸਲੀ ਗੱਲ ਆ, ਵਿੱਚ ਜੇ ਆਫੀਸਰਸ ਨੇ ਇਹਨੂੰ ਵਾਇਲੇਟ ਕਰ ਦਿੱਤਾ ਸੀ, ਉਹਦੀ ਕਰੈਕਸ਼ਨ ਹੈਗੀ ਆ। ਕਿਉਂਕਿ ਦੇਖੋ, ਜੇ ਪੰਜਾਬ ਸਰਕਾਰ ਜਾਂ ਪੰਜਾਬ 'ਚ ਨੌਕਰੀਆਂ ਨਿਕਲਦੀਆਂ ਹੈਗੀਆਂ ਤੇ ਪੰਜਾਬ ਦੇ ਬੱਚਿਆਂ ਨੂੰ ਵੱਧ, ਅਸੀਂ ਇਹ ਨਹੀਂ ਕਹਿੰਦੇ, ਅਸੀਂ ਤਾਂ ਬੇਸਿਕਲੀ ਗੁਰੂ ਨਾਨਕ ਦੀ ਫਿਲਾਸਫੀ ਤੇ ਚੱਲਣ ਵਾਲੇ ਆ, ਬਟ ਅਲਟੀਮੇਟਲੀ ਕੀ ਆ ਕਿ ਨੌਕਰੀਆਂ ਦੇ ਵਿੱਚ ਪੰਜਾਬੀਆਂ ਨੂੰ ਉਹਦੇ ਵਿੱਚੋਂ ਵੱਧ ਨੌਕਰੀਆਂ ਮਿਲਣੀਆਂ ਚਾਹੀਦੀਆਂ, ਰੁਜ਼ਗਾਰ ਵੱਧ ਮਿਲਣੇ ਚਾਹੀਦੇ ਆ। ਕਿਉਂਕਿ ਹਰਿਆਣਾ ਨੇ 75% ਕੋਟਾ ਰੱਖਿਆ ਪ੍ਰਾਈਵੇਟ ਸੈਕਟਰ 'ਚ ਵੀ, ਸਰਕਾਰੀ ਸੈਕਟਰ 'ਚ ਵੀ। ਕੀ ਪੰਜਾਬ ਸਰਕਾਰ ਆਉਣ ਵਾਲੇ ਦਿਨਾਂ, ਕਿਉਂਕਿ ਮੁੱਖ ਮੰਤਰੀ ਵੀ ਕੱਲ ਇਸ ਗੱਲ ਦਾ ਜ਼ਿਕਰ ਕਰ ਰਹੇ, ਉਹਦੇ ਤੇ ਡਿਸਕਸ਼ਨ ਹੋ ਰਹੀ ਆ। ਜੋ ਪੰਜਾਬ ਲਈ ਬੈਸਟ ਹੋਇਆ ਸੀ, ਇਹ ਤਾਂ ਸਾਡਾ ਫਰਜ਼ ਬਣਦਾ, ਸਾਡਾ ਹੱਕ ਵੀ ਬਣਦਾ ਵੀ ਅਸੀਂ ਪੰਜਾਬੀਆਂ ਨੂੰ ਵੱਧ ਜਿਹੜਾ ਆ ਉਹ, ਕਿਉਂਕਿ ਸਾਡੇ ਬੱਚੇ ਜਿਹੜੇ ਆ ਉਹਨਾਂ ਨੂੰ ਵੱਧ ਨੌਕਰੀਆਂ ਮਿਲਣੀਆਂ ਚਾਹੀਦੀਆਂ। 75% ਦਾ ਕੋਟਾ ਜਿਹੜਾ ਉਹ ਤਿਆਰ ਹੋ ਰਿਹਾ ਜਾਂ ਉਹਦੇ ਤੇ ਡਿਸਕਸ਼ਨ ਹੋ ਰਹੀ ਆ। ਜੋ ਵੀ ਪੰਜਾਬ ਲਈ ਬੈਸਟ ਪੋਸੀਬਲ ਹੋਇਆ, ਹੋ ਸਕਦਾ 75 ਤੋਂ ਵੀ ਵੱਧ ਹੋਵੇ। ਕੱਲ ਦੀ ਕੈਬਨਿਟ 'ਚ ਏਜੰਡਾ ਹੋਏਗਾ। ਦੇਖੋ ਜੀ, ਉਦੋਂ ਤੱਕ ਇਹ ਫਾਈਨਲ, ਕਿਉਂਕਿ ਉਹਦੇ ਵਿੱਚ ਕਈ ਤਰ੍ਹਾਂ ਦੀਆਂ ਜਿਹੜੀਆਂ ਇਨਪੁਟਸ ਚਾਹੀਦੀਆਂ ਸੀਗੀਆਂ, ਜਿਹੜੀਆਂ ਕਿ ਅਸੀਂ ਕਿਉਂਕਿ ਫਾਈਲਾਂ ਦੇ ਵਿੱਚੋਂ ਮੰਗੀਆਂ ਹੈਗੀਆਂ ਔਰ ਸੁਝਾਅ ਵੀ ਮੰਗੇ ਹੈਗੇ ਆ ਤਾਂ ਕਿ ਉਹਨੂੰ ਬੈਸਟ ਕਰ ਸਕੀਏ। ਕਿਉਂਕਿ ਪੰਜਾਬੀ, ਤੁਸੀਂ NRI ਮੰਤਰੀ ਵੀ ਹੋ, ਪੰਜਾਬੀ ਬਾਹਰ ਬਹੁਤ ਜਾ ਰਹੇ ਆ, ਬੇਰੋਜ਼ਗਾਰ ਬਹੁਤ ਆ। ਪੰਜਾਬੀ ਬੱਚਾ ਜਿਹੜਾ ਵਾ ਉਹ ਅਗਰ MA ਵੀ ਕਰ ਲੈਂਦਾ ਇੱਥੇ 10-12 ਹਜ਼ਾਰ ਦੀ ਨੌਕਰੀ 'ਚ ਰਹਿ ਜਾਂਦਾ। ਇਸ ਕਰਕੇ ਉਹਨੂੰ ਨੋਇਡਾ ਜਾਣਾ ਪੈਂਦਾ, ਗੁੜਗਾਉਂ ਜਾਣਾ ਪੈਂਦਾ, ਹੈਦਰਾਬਾਦ ਜਾਣਾ ਪੈਂਦਾ। ਉਹ ਕਹਿੰਦਾ ਕਿ ਸਰਕਾਰੀ ਨੌਕਰੀਆਂ ਨਹੀਂ ਮਿਲਦੀਆਂ, ਪ੍ਰਾਈਵੇਟ ਸੈਕਟਰ 10-12 ਹਜ਼ਾਰ ਤੋਂ ਜ਼ਿਆਦਾ ਦਿੰਦਾ ਨਹੀਂ।
ਇਹਦੇ ਵਿੱਚ ਪੰਕਜ ਬਹੁਤ ਚੀਜ਼ਾਂ ਕਰਨ ਵਾਲੀਆਂ ਹੈਗੀਆਂ। ਸਾਨੂੰ ਐਜੂਕੇਸ਼ਨ ਪਾਲਿਸੀ ਨੂੰ ਵੀ ਠੀਕ ਕਰਨ ਦੀ ਜ਼ਰੂਰਤ ਆ, ਸਾਨੂੰ ਇੰਟੈਗ੍ਰੇਸ਼ਨ ਕਰਨ ਦੀ ਜ਼ਰੂਰਤ ਹੈਗੀ ਆ, ਸਾਨੂੰ ਨਵੇਂ ਕੋਰਸਸ ਇੰਟਰੋਡਿਊਸ ਕਰਨ ਦੀ ਜ਼ਰੂਰਤ ਹੈ, ਬੱਚੇ ਨੂੰ ਸਮੇਂ ਦਾ ਹਾਣੀ ਬਣਾਉਣ ਦੀ ਜ਼ਰੂਰਤ ਹੈ। ਸੋ ਇਹ ਇਕੱਲੀ ਗੱਲ ਨਹੀਂ ਹੈ, ਪਰ ਇਹਦੇ ਨਾਲ ਸਾਨੂੰ ਬੇਸਿਕਲੀ ਜਿੰਨਾ ਚਿਰ ਅਸੀਂ ਬੱਚੇ ਨੂੰ ਸਮੇਂ ਦਾ ਹਾਣੀ ਨਹੀਂ ਬਣਾਵਾਂਗੇ, ਉਹਨੂੰ ਉਸ ਲੈਵਲ ਤੇ ਨਹੀਂ ਲੈ ਕੇ ਆਵਾਂਗੇ ਔਰ ਜਿੱਥੇ ਉਹ ਮਾਰਕੀਟ ਦੇ ਵਿੱਚ ਜਾ ਕੇ ਉਹਦੀ ਵੈਲਿਊ ਬਣ ਸਕੇ, ਕਿਉਂਕਿ ਅੱਜ ਉਹ ਜ਼ਮਾਨਾ ਨਹੀਂ ਹੈਗਾ। ਅੱਜ ਤੋਂ 25-30 ਸਾਲ ਪਹਿਲਾਂ ਤੇ ਗੱਲਾਂ ਠੀਕ ਸੀਗੀਆਂ, ਬਟ ਹੁਣ ਕਿਉਂਕਿ ਬਹੁਤ ਚੇਂਜਸ ਆਈਆਂ, ਟੈਕਨੋਲੋਜੀ ਚੇਂਜ ਆ ਗਈ, ਅੱਛਾ ਵਰਕਿੰਗ ਸਟਾਈਲ 'ਚ ਚੇਂਜ ਆ ਗਈ, ਉਸ ਟੈਕਨੋਲੋਜੀ ਨੇ ਇੰਡਸਟਰੀ ਨੂੰ ਕਿਸੇ ਡਿਫਰੈਂਟ ਲੈਵਲ ਤੇ ਲੈ ਆਂਦਾ। ਸੋ ਉਹ ਸਾਰੀਆਂ ਚੀਜ਼ਾਂ ਸਾਨੂੰ ਸਮੇਂ ਦਾ ਹਾਣੀ ਬਣਾਉਣ ਦੇ ਵਿੱਚ, ਸਾਨੂੰ ਸਾਡੀ ਆਪਣੀ ਪੜ੍ਹਾਈ ਨੂੰ ਵੀ ਉਹਦੇ ਵਿੱਚ ਜਿਹੜੇ ਜ਼ਰੂਰਤ ਬਦਲਾਅ ਹੈਗੇ ਉਹ ਕਰਨੇ ਪੈਣਗੇ, ਤਾਂ ਕਿ ਅਸੀਂ ਜਿਹੜਾ ਹਿਊਮਨ ਸੋਰਸਸ ਆ ਇਹੋ ਜਿਹਾ ਤਿਆਰ ਕਰੀਏ। ਚਾਈਨਾ ਨੇ ਕੀ ਕੀਤਾ? ਚਾਈਨਾ ਨੇ ਬੇਸਿਕਲੀ ਆਪਣਾ ਜਿਹੜਾ ਹਿਊਮਨ ਰਿਸੋਰਸਸ ਹੈ ਉਹਨੂੰ ਇੰਡਸਟਰੀ ਨਾਲ ਜੋੜ ਕੇ ਤੇ ਉਹਦੀ ਤਿਆਰੀ ਕਰਾਤੀ ਵੀ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹਨੂੰ ਰੁਜ਼ਗਾਰ ਮਿਲ ਗਿਆ, ਚਾਈਨਾ ਨੇ ਤਰੱਕੀ ਕਰ ਲਈ। ਸਿਮਿਲਰਲੀ ਅਸੀਂ ਉਸ ਐਜੂਕੇਸ਼ਨ ਤੋਂ ਪਿੱਛੇ ਨਹੀਂ, ਵਾਂਝੇ ਨਹੀਂ ਰਹਿ ਸਕਦੇ। ਸੋ ਉਹਦੇ ਲਈ ਅਸੀਂ ਜਿਹੜਾ ਹੈ ਉਹ ਜਿਹੜਾ ਜੀ ਤੋੜ ਜਿਹੜਾ ਯਤਨ ਕਿਉਂਕਿ ਸਰਕਾਰ ਕੋ ਮਹਿਜ਼ 40 ਕੁ ਦਿਨ ਦਾ ਸਮਾਂ ਬਚਿਆ, 40 ਦਿਨਾਂ ਦੇ ਪਹਿਲਾਂ ਖੁਸ਼ਖਬਰੀ ਪੰਜਾਬੀਆਂ ਨੂੰ ਮਿਲ ਸਕਦੀ ਹੈ? ਪੰਜਾਬੀ ਇੰਤਜ਼ਾਰ ਕਰ ਰਹੇ ਹੋਣਗੇ। ਇਹ ਤਾਂ ਲੈ ਆਵਾਂਗੇ, ਬਟ ਮੈਂ ਲੌਂਗ ਟਰਮ ਦੀ ਗੱਲ ਕਰਦਾ, ਕਿਉਂਕਿ ਦੇਖੋ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਹੁੰਦੀਆਂ, ਬਟ ਪੰਜਾਬ ਨੇ ਤਾਂ ਇੱਥੇ ਰਹਿਣਾ ਨਾ। ਆਪਾਂ ਇੱਕ ਵਾਰੀ ਉਹ ਲਾਈਨ ਤੱਕ ਖਿੱਚ ਲਈਏ, ਉਸ ਲਾਈਨ ਤੇ ਤਾਂ ਤੁਰ ਪਈਏ, ਫਿਰ ਜਿਹੜੀ ਵੀ ਸਰਕਾਰ ਸਮੇਂ-ਸਮੇਂ ਤੇ ਆਊਗੀ ਉਹਦੀ ਥਾਟ ਪ੍ਰੋਸੈਸ ਜੋ ਹੋਊਗੀ ਉਹਦੇ ਮੁਤਾਬਕ ਤੁਰ ਪਊਗਾ। ਇੱਕ ਸਿਆਸਤ ਨਾਲ ਜੁੜਿਆ ਹੋਇਆ ਸਵਾਲ ਵੀ, ਕੈਪਟਨ ਅਮਰਿੰਦਰ ਸਿੰਘ ਹੁਣ ਸੇਂਧਮਾਰੀ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਕੱਲ ਕੁਝ ਕੌਂਸਲਰ ਪਟਿਆਲੇ ਦੇ ਕੈਪਟਨ ਅਮਰਿੰਦਰ ਸਿੰਘ ਨੂੰ ਮਿਲੇ, ਉਹ ਕਹਿੰਦੇ ਕਿ ਤੁਸੀਂ ਅੱਗੇ ਵਧੋ। ਲੱਗਦਾ ਕੈਪਟਨ ਨਾਲ ਕੋਈ ਨੰਬਰ ਆਏਗਾ, ਕੋਈ ਵਿਧਾਇਕ ਦਾ ਜਾਂ ਕੋਈ ਨੰਬਰ ਆਏਗਾ, ਜਾਂ ਕੈਪਟਨ ਕੁਝ ਪਰਫਾਰਮ ਕਰ ਪਾਣਗੇ 2022 ਦੇ ਮੱਦੇਨਜ਼ਰ? ਕਿਉਂਕਿ 2012 ਵਾਲਾ ਫਾਰਮੂਲਾ ਤੁਹਾਨੂੰ ਯਾਦ ਹੋਣਾ, ਜਦੋਂ ਮਨਪ੍ਰੀਤ ਬਾਦਲ ਨੇ ਆਪਣੀ ਪੀਪੀਪੀ ਬਣਾਈ ਸੀ ਤਾਂ ਕਾਂਗਰਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਮੈਨੂੰ ਲੱਗਦਾ ਕੈਪਟਨ ਅਮਰਿੰਦਰ ਸਿੰਘ ਦਾ ਕੱਦ ਬਹੁਤ ਵੱਡਾ ਸੀਗਾ। ਹੁਣ ਮੈਨੂੰ ਲੱਗਦਾ ਉਹਨਾਂ ਨੂੰ ਇਸ ਗੱਲ ਨੂੰ ਸਮਝ ਲੈਣਾ ਚਾਹੀਦਾ, ਕਿਉਂਕਿ ਉਹ ਨਾ ਉਹਨਾਂ ਦੇ ਭਲੇ ਲਈ ਆ, ਨਾ ਪੰਜਾਬ ਦੇ ਭਲੇ ਲਈ ਆ। ਕਿਉਂਕਿ 4.5 ਸਾਲ ਤੋਂ ਪਹਿਲਾਂ ਉਹਨਾਂ ਨੂੰ ਇੱਕ ਮੈਂਡੇਟ ਮਿਲਿਆ, ਉਹਨਾਂ ਨੂੰ ਮਿਲਿਆ ਰਾਦਰ ਕਾਂਗਰਸ ਨੂੰ ਘੱਟ ਮਿਲਿਆ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਵੱਧ ਮਿਲਿਆ, ਲੇਕਿਨ ਪਰਫਾਰਮ ਨਹੀਂ ਕੀਤਾ। ਕਿਉਂਕਿ ਇਹ ਪਰਫਾਰਮੈਂਸ ਦਾ ਹੀ ਜਿਹੜਾ ਆ ਉਹਦੇ ਵਿੱਚ ਪਰਫਾਰਮੈਂਸ ਤੋਂ ਬਿਨਾਂ ਖੇਡਿਆ ਨਹੀਂ ਜਾਂਦਾ। ਨਹੀਂ, ਚੋਣਾਂ ਭਾਵੇਂ ਨਾ ਜਿੱਤਣ, ਲੇਕਿਨ ਜਿਹੜਾ ਇੱਕ ਡੈਂਟ ਮਾਰਨ ਦੀ ਕੋਸ਼ਿਸ਼ ਹੁੰਦੀ ਹੈ, ਸੇਂਧਮਾਰੀ ਕਰਨ, ਉਹਦੇ ਨਾਲ ਕੀ ਹੋਊਗਾ? ਉਹਦੇ ਨਾਲ ਪੰਜਾਬ ਦੇ ਵਿੱਚ ਜਾਂ ਜਿੰਨਾ ਉਹ 2 ਵਾਰੀ ਇਸ ਕਾਂਗਰਸ ਤੋਂ ਪੰਜਾਬ ਦੇ ਚੀਫ ਮਿਨਿਸਟਰ ਰਹੇ ਆ, ਕੀ ਇਮੇਜ ਲੈ ਕੇ ਜਾਣਗੇ? ਕੀ ਮੰਨ ਲਓ ਫੈਗ ਐਂਡ ਕੀ ਹੋਊਗਾ, ਉਹਦਾ ਰਿਜ਼ਲਟ ਕੀ ਨਿਕਲੂਗਾ? ਮੰਨ ਲਓ ਕਾਂਗਰਸ ਪਾਰਟੀ ਦਾ ਨੁਕਸਾਨ ਵੀ ਹੁੰਦਾ, ਮੰਨ ਲਓ ਜੇ, ਹਨਾ, ਪਰ ਕੀ ਗੇਨ ਕੀ ਹੋਊਗਾ? ਗੇਨ ਸਿਰਫ ਇਹੀ ਹੋਊਗਾ, ਇੱਕ ਈਗੋ ਹੀ ਆ ਨਾ। ਤੇ ਮੈਨੂੰ ਲੱਗਦਾ ਕਿ ਇਸ ਸਿਚੁਏਸ਼ਨ ਦੇ ਵਿੱਚ, ਹਾਂ, ਜੇ ਕਿਤੇ ਉਹ ਕੋਈ 50-55 ਸਾਲ ਦੇ 60 ਸਾਲ ਦੇ ਹੁੰਦੇ ਤਾਂ ਮੈਨੂੰ ਗੱਲ ਸਮਝ ਆਉਂਦੀ ਆ। ਕੋਈ ਨੰਬਰ ਤਾਂ ਨਹੀਂ ਉਹਨਾਂ ਕੋਲ ਹੋਣਗੇ, ਕੋਈ ਵਿਧਾਇਕ ਜਾਂ ਐਕਸ ਵਿਧਾਇਕ ਕਾਂਗਰਸ ਦੇ? ਮੈਨੂੰ ਨਹੀਂ ਲੱਗਦਾ, ਬਟ ਅਗੇਨ ਇਹ ਤਾਂ ਉਹਨਾਂ ਦੀ ਸੋਚ ਹੈਗੀ। ਠੀਕ ਹੈ, ਤਾਂ ਪੰਜਾਬ ਸਰਕਾਰ ਵੀ ਨੌਕਰੀਆਂ ਦੇ ਵਿੱਚ, ਸਰਕਾਰੀ ਅਤੇ ਪ੍ਰਾਈਵੇਟ ਨੌਕਰੀਆਂ ਦੇ ਵਿੱਚ ਕੋਟਾ ਕਰਨ ਦੀ ਤਿਆਰੀ 'ਚ ਹੈ, ਤਾਂ ਕਿ ਪੰਜਾਬੀਆਂ ਨੂੰ ਜ਼ਿਆਦਾ ਤੋਂ ਜ਼ਿਆਦਾ ਰੋਜ਼ਗਾਰ ਮਿਲ ਸਕੇ। ਔਰ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਸਲਾਹ ਜਿਹੜੀ ਹੈ ਉਹ ਮੰਤਰੀ ਸਾਹਿਬ ਦਿੰਦੇ ਹੋਏ ਨਜ਼ਰ ਆ ਰਹੇ ਹਨ। ਕੈਮਰਾਮੈਨ ਜਿੰਦਰ ਦੇ ਨਾਲ ਪੰਕਜ ਭਾਈ, ਨਿਊਜ਼ 18 ਚੰਡੀਗੜ੍ਹ। ਐਲਾਨ ਕੀਤਾ ਗਿਆ ਮੇਰੇ ਸਹਿਯੋਗੀ ਪੰਕਜ ਕਪਾਈ ਦੇ ਵੱਲੋਂ। ਸਿੱਖਿਆ ਮੰਤਰੀ ਪ੍ਰਗਟ ਸਿੰਘ ਦੇ ਨਾਲ ਵੀ ਗੱਲਬਾਤ ਕੀਤੀ ਗਈ ਹੈ। ਪ੍ਰਗਟ ਸਿੰਘ ਨੇ ਕਿਹਾ ਕਿ ਜਲਦੀ ਅਜਿਹਾ ਕਾਨੂੰਨ ਲਿਆਂਦਾ ਜਾਵੇਗਾ। ਉਹਨਾਂ ਨੇ ਕਿਹਾ ਕਿ ਹੋ ਸਕਦਾ ਹੈ ਕਿ ਜਿਹੜਾ ਕੋਟਾ ਉਹ 75% ਤੋਂ ਵੀ ਜ਼ਿਆਦਾ ਹੋਵੇ। ਗੱਲ ਹਰਿਆਣਾ ਦੀ ਕੀਤੀ ਜਾਵੇ ਤਾਂ ਹਰਿਆਣਾ ਦੇ ਵਿੱਚ 75% ਕੋਟਾ ਜਿਹੜਾ ਉਹ ਨੌਜਵਾਨਾਂ ਦੇ ਲਈ ਸਰਕਾਰੀ ਤੇ ਨਿੱਜੀ ਸੈਕਟਰ ਦੇ ਵਿੱਚ ਫਿਕਸ ਕੀਤਾ ਗਿਆ, ਤੇ ਹਰਿਆਣਾ ਦੀ ਤਰਜ਼ ਤੇ ਹੀ ਹੁਣ ਪੰਜਾਬ ਸਰਕਾਰ ਵੀ ਕਾਨੂੰਨ ਲਿਆਉਣ ਦੀ ਤਿਆਰੀ ਕਰ ਰਹੀ ਹੈ, ਜਿਸ ਨੂੰ ਲੈ ਕੇ ਚੰਨੀ ਸਰਕਾਰ ਦੇ ਵੱਲੋਂ ਐਲਾਨ ਕੀਤਾ ਗਿਆ ਕਿ ਨੌਕਰੀਆਂ ਦੇ ਵਿੱਚ ਪੰਜਾਬੀਆਂ ਨੂੰ ਪਹਿਲ ਦਿੱਤੀ ਜਾਵੇਗੀ। ਹਰਿਆਣਾ ਦੀ ਤਰਜ਼ ਤੇ ਇਹ ਕਾਨੂੰਨ ਪੰਜਾਬ ਸਰਕਾਰ ਲਿਆਉਣ ਜਾ ਰਹੀ ਹੈ। ਸਰਕਾਰੀ ਤੇ ਨਿੱਜੀ ਸੈਕਟਰ ਦੀਆਂ ਨੌਕਰੀਆਂ ਦੇ ਵਿੱਚ ਕੋਟਾ ਫਿਕਸ ਕੀਤਾ ਜਾਵੇਗਾ, ਕੋਟਾ ਤੈਅ ਕੀਤਾ ਜਾਵੇਗਾ। ਸੋ ਆਪਣੇ ਆਪ ਇਹ ਰੁਜ਼ਗਾਰ ਦੇ ਮੁੱਦੇ ਨਾਲ, ਨੌਜਵਾਨਾਂ ਦੇ ਨਾਲ, ਬੇਰੁਜ਼ਗਾਰ ਨੌਜਵਾਨਾਂ ਦੇ ਨਾਲ ਜੁੜੀ ਹੋਈ ਵੱਡੀ ਤੇ ਅਹਿਮ ਖਬਰ ਹੈ, ਕਿਉਂਕਿ ਗੱਲ ਪੰਜਾਬ ਦੀ ਕੀਤੀ ਜਾਵੇ ਤਾਂ ਇਹ ਬਹੁਤ ਰੁਝਾਨ ਹੈ ਕਿ ਜਦੋਂ ਕੋਈ +2 ਕਰ ਲੈਂਦਾ ਜਾਂ ਕੋਈ ਗ੍ਰੈਜੂਏਸ਼ਨ ਕਰ ਲੈਂਦਾ ਤਾਂ ਸਟੱਡੀ ਬੇਸ ਤੇ ਵਿਦੇਸ਼ਾਂ ਵੱਲ ਜਾਣ ਦਾ ਨੌਜਵਾਨ ਜ਼ਿਆਦਾ ਰੁਖ ਕਰ ਰਹੇ ਨੇ। ਇੱਕ ਇਹ ਵੱਡੀ ਸਮੱਸਿਆ ਸੂਬੇ ਦੀ, ਤੇ ਜਦੋਂ ਕੋਈ ਜ਼ਿਆਦਾ ਪੜ੍ਹ ਲਿਖ ਕੇ ਵੀ ਜਾਂ ਕੋਈ ਪ੍ਰਾਈਵੇਟ ਨੌਕਰੀ ਕਰਦਾ ਜਾਂ ਸਰਕਾਰੀ ਨੌਕਰੀ ਕਰਦਾ, ਐਡਹੌਕ ਤੇ ਕਰਦਾ, ਤਾਂ ਉੱਥੇ ਵੀ ਤਨਖਾਹ ਕੋਈ ਜ਼ਿਆਦਾ ਨਹੀਂ ਮਿਲਦੀ, ਤੇ ਵੱਡੀ ਸਮੱਸਿਆ ਇਸੇ ਕਰਕੇ ਨੌਜਵਾਨ ਜਿਹੜੇ ਵਿਦੇਸ਼ਾਂ ਵੱਲ ਰੁਖ ਕਰ ਰਹੇ ਨੇ। ਤੇ ਇਸ ਨੂੰ ਲੈ ਕੇ ਹੀ ਰੁਜ਼ਗਾਰ ਦੇ ਮੁੱਦੇ ਤੇ ਸਰਕਾਰ ਦੇ ਵੱਲੋਂ ਇਹ ਵੱਡਾ ਹੁਣ ਫੈਸਲਾ ਲਿਆ ਗਿਆ, ਵੱਡਾ ਐਲਾਨ ਕੀਤਾ ਗਿਆ ਕਿ ਨੌਕਰੀਆਂ ਦੇ ਵਿੱਚ ਪੰਜਾਬੀਆਂ ਨੂੰ ਵੀ ਪਹਿਲ ਦਿੱਤੀ ਜਾਵੇਗੀ। ਤੇ ਸੁਭਾਵਿਕ ਹੈ ਕਿ ਜਦੋਂ ਅਜਿਹਾ ਕੋਈ ਕਾਨੂੰਨ ਆਵੇਗਾ
ਤਾਂ ਰੁਜ਼ਗਾਰਾਂ ਨੂੰ ਜ਼ਿਆਦਾ ਨੌਜਵਾਨਾਂ ਨੂੰ ਰੁਜ਼ਗਾਰ ਦੇ ਵਿੱਚ ਸਰਕਾਰੀ ਤੇ ਨਿੱਜੀ ਸੈਕਟਰ ਦੇ ਵਿੱਚ ਜ਼ਿਆਦਾ ਮੌਕਾ ਮਿਲੇਗਾ, ਜ਼ਿਆਦਾ ਨੌਕਰੀਆਂ ਮਿਲਣਗੀਆਂ ਤੇ ਕਿਤੇ ਨਾ ਕਿਤੇ ਜਿਹੜੀ ਵੱਡੀ ਸਮੱਸਿਆ ਹੈ ਵਿਦੇਸ਼ਾਂ ਵੱਲ ਰੁਖ ਕਰਨ ਦੀ, ਤਾਂ ਉਹ ਵੀ ਕਿਤੇ ਨਾ ਕਿਤੇ ਜ਼ਰੂਰ ਹੱਲ ਹੋਵੇਗੀ। ਪਰ ਹੁਣ ਵੇਖਣਾ ਹੋਵੇਗਾ ਕਿ ਆਖਿਰਕਾਰ ਕਦੋਂ ਸਰਕਾਰ ਦੇ ਵੱਲੋਂ ਇਹ ਕਾਨੂੰਨ ਲਿਆਂਦਾ ਜਾਂਦਾ ਹੈ। ਇਸੇ ਖਬਰ ਤੇ ਜ਼ਿਆਦਾ ਜਾਣਕਾਰੀ ਲਈ ਸਿੱਧਾ ਰੁਖ ਕਰਦੇ ਹਾਂ ਚੰਡੀਗੜ੍ਹ ਦੇ, ਉੱਥੋਂ ਕਿ ਮੇਰੇ ਸਹਿਯੋਗੀ ਪੰਕਜ ਕਪਾਹੀ ਜੁੜੇ ਹੋਏ ਨੇ। ਪੰਕਜ, ਹੁਣ ਮੰਨਿਆ ਜਾਵੇ ਕਿ ਕਿਤੇ ਨਾ ਕਿਤੇ ਇਹ ਹਰਿਆਣਾ ਸਰਕਾਰ ਦਾ ਜਿਹੜਾ ਵੱਡਾ ਕਦਮ ਹੈ, ਹਰਿਆਣਾ ਸਰਕਾਰ ਦਾ ਜਿਹੜਾ ਫੈਸਲਾ ਲਿਆ ਗਿਆ ਹੈ, ਉਸ ਦਾ ਹੀ ਅਸਰ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ ਵੀ ਅਜਿਹਾ ਹੀ ਹੁਣ ਕੁਝ ਸੋਚਿਆ ਜਾ ਰਿਹਾ ਹੈ। ਦੇਖੋ ਪਰਮਿੰਦਰ, ਚੋਣਾਂ ਨੇੜੇ ਆ ਗਈਆਂ ਨੇ ਔਰ ਬੇਰੋਜ਼ਗਾਰੀ ਇੱਕ ਬਹੁਤ ਵੱਡਾ ਮੁੱਦਾ ਪੰਜਾਬ ਦੇ ਵਿੱਚ ਹੈ। ਪੰਜਾਬ 'ਚ ਦੋ ਤਰ੍ਹਾਂ ਦੇ ਨੌਜਵਾਨ ਨੇ, ਇੱਕ ਤਾਂ MBA ਕਰਕੇ ਬਹੁਤ ਹਾਇਰ ਕੁਆਲੀਫਿਕੇਸ਼ਨ ਕਰਕੇ ਉਹਨਾਂ ਨੂੰ ਮਜਬੂਰਨ ਨੋਇਡਾ ਜਾਣਾ ਪੈਂਦਾ ਹੈ, ਦਿੱਲੀ ਜਾਣਾ ਪੈਂਦਾ ਹੈ, ਬੈਂਗਲੌਰ ਜਾਣਾ ਪੈਂਦਾ ਹੈ, ਕਿਉਂਕਿ ਇੱਥੇ ਤਨਖਾਹਾਂ 10-15 ਹਜ਼ਾਰ 20 ਹਜ਼ਾਰ ਰਹਿ ਜਾਂਦੀਆਂ ਨੇ। ਦੂਸਰਾ ਮੁੱਦਾ ਇਹ ਹੈ ਕਿ ਕੋਈ 10ਵੀਂ 12ਵੀਂ ਕਰਕੇ ਵਿਦੇਸ਼ਾਂ ਨੂੰ ਤੁਰ ਜਾਂਦੇ ਨੇ। ਤਾਂ ਇੱਕ ਬੇਰੋਜ਼ਗਾਰੀ ਬਹੁਤ ਵੱਡਾ ਮੁੱਦਾ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਰਹਿਣ ਵਾਲਾ ਹੈ। ਔਰ ਇਸੇ ਦੇ ਮੱਦੇਨਜ਼ਰ ਕਿਉਂਕਿ ਪਿਛਲੇ ਦਿਨਾਂ 'ਚ ਇਹ ਵੀ ਖਬਰ ਆਈ ਸੀਗੀ ਕਿ ਸਰਕਾਰੀ ਨੌਕਰੀਆਂ ਦੇ ਵਿੱਚ ਵੀ ਦੂਜੇ ਸੂਬੇ ਦੇ, ਹਿਮਾਚਲ ਦੇ, ਹਰਿਆਣਾ ਦੇ ਲੋਕ ਜਿਹੜੇ ਨੇ ਉਹ ਆ ਜਾਂਦੇ ਨੇ। ਤਾਂ ਇਸੇ ਵਜ੍ਹਾ ਕਰਕੇ ਪੰਜਾਬ ਸਰਕਾਰ ਇੱਕ ਨਵਾਂ ਕਾਨੂੰਨ ਲਿਆਉਣ ਜਾ ਰਹੀ ਹੈ ਕਿ ਪੰਜਾਬੀਆਂ ਨੂੰ ਤਰਜੀਹ ਮਿਲੇ, ਪੰਜਾਬੀਆਂ ਨੂੰ ਤਰਜੀਹ ਪ੍ਰਾਈਵੇਟ ਸੈਕਟਰ ਦੇ ਵਿੱਚ ਵੀ ਮਿਲੇ, ਸਰਕਾਰੀ ਸੈਕਟਰ ਦੇ ਵਿੱਚ ਵੀ ਮਿਲੇ। ਔਰ ਇਹ ਤਸਵੀਰ ਅਸੀਂ ਹਰਿਆਣੇ ਦੇ ਵਿੱਚ ਵੀ ਦੇਖ ਚੁੱਕੇ ਹਾਂ, ਮਹਾਰਾਸ਼ਟਰ ਦੇ ਵਿੱਚ ਵੀ ਇਹ ਤਸਵੀਰ ਹੈ, ਕੁਝ ਹੋਰ ਸੂਬਿਆਂ 'ਚ ਵੀ ਇਹ ਤਸਵੀਰ ਹੈ ਕਿ ਜਿਹੜੇ ਲੋਕਲ ਲੋਕ ਨੇ, ਜਿਹੜੇ ਉਸ ਸੂਬੇ ਦੇ ਵਸਨੀਕ ਨੇ, ਉਹਨਾਂ ਨੂੰ ਪਹਿਲ ਜਿਹੜੀ ਹੈ ਉਹ ਦਿੱਤੀ ਜਾਵੇ। ਤਾਂ ਇਹੀ ਫਾਰਮੂਲਾ ਜਿਹੜਾ ਵਾ ਉਹ ਪੰਜਾਬ ਸਰਕਾਰ ਵੀ ਲਿਆਉਣ ਜਾ ਰਹੀ ਹੈ। ਕੱਲ ਕੈਬਨਿਟ ਦੀ ਬੈਠਕ ਹੈ, ਕੈਬਨਿਟ ਦੀ ਬੈਠਕ 'ਚ ਵੀ ਕੱਲ ਇਹ ਮੁੱਦਾ ਜਿਹੜਾ ਵਿਚਾਰ ਵਟਾਂਦਰਾ ਕੀਤਾ ਜਾ ਸਕਦਾ ਹੈ। ਪਰਮਿੰਦਰ ਜੀ ਠੀਕ ਹੈ ਪੰਕਜ, ਫਿਲਹਾਲ ਦੀ ਪੂਰੀ ਜਾਣਕਾਰੀ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਰੁਜ਼ਗਾਰ ਦੇ ਨਾਲ ਜੁੜੀ ਹੋਈ ਹੈ, ਨੌਜਵਾਨਾਂ ਦੇ ਨਾਲ ਜੁੜੀ ਹੋਈ ਹੈ ਵੱਡੀ ਤੇ ਅਹਿਮ ਖਬਰ ਹੈ ਕਿ ਮੁੱਖ ਮੰਤਰੀ ਚੰਨੀ ਦੇ ਵੱਲੋਂ ਵੱਡਾ ਐਲਾਨ ਕੀਤਾ ਗਿਆ ਹੈ ਕਿ ਨੌਕਰੀਆਂ ਦੇ ਵਿੱਚ ਪੰਜਾਬੀਆਂ ਨੂੰ ਪਹਿਲ ਦਿੱਤੀ ਜਾਵੇਗੀ ਤੇ ਹਰਿਆਣਾ ਦੀ ਤਰਜ਼ ਤੇ ਪੰਜਾਬ ਸਰਕਾਰ ਵੀ ਕਾਨੂੰਨ ਲਿਆਉਣ ਤੇ ਵਿਚਾਰ ਕਰ ਰਹੀ ਹੈ। ਰੁਕ ਕਰਦੇ ਹਾਂ ਅਗਲੀ ਵੱਡੀ ਖਬਰ ਦਾ। ਪ੍ਰਦੂਸ਼ਣ ਦੇ ਨਾਲ ਜੁੜੀ ਹੋਈ ਵੱਡੀ ਖਬਰ ਹੈ। ਪ੍ਰਦੂਸ਼ਣ ਤੇ ਕੇਂਦਰ ਦੇ ਵੱਲੋਂ ਸੁਪਰੀਮ ਕੋਰਟ ਦੇ ਵਿੱਚ ਹਲਫਨਾਮਾ ਦਾਖਲ ਕੀਤਾ ਗਿਆ ਹੈ। ਪਰਾਲੀ ਸਾੜਨ ਦੇ ਨਾਲ ਮਹਿਜ਼ 4% ਪ੍ਰਦੂਸ਼ਣ ਫੈਲ ਰਿਹਾ ਹੈ। ਕੇਂਦਰ ਦੇ ਵੱਲੋਂ ਬਕਾਇਦਾ ਇਹ ਹਲਫਨਾਮਾ ਸੁਪਰੀਮ ਕੋਰਟ ਦੇ ਵਿੱਚ ਦਾਖਲ ਕੀਤਾ, ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਪਰਾਲੀ ਸਾੜਨ ਦੇ ਨਾਲ ਮਹਿਜ਼ 4% ਪ੍ਰਦੂਸ਼ਣ ਫੈਲਦਾ ਹੈ, ਜਿਸ ਦੀ ਵਜ੍ਹਾ ਸਿਰਫ 4% ਹੈ। ਜਿਹੜੀ ਪਰਾਲੀ ਨੂੰ ਲੈ ਕੇ ਲਗਾਤਾਰ ਕਿਤੇ ਨਾ ਕਿਤੇ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ, ਕਿਸਾਨਾਂ ਨੂੰ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ। ਪਰ ਕੇਂਦਰ ਸਰਕਾਰ ਨੇ ਹਲਫਨਾਮੇ ਦੇ ਵਿੱਚ ਸਾਫ਼ ਤੌਰ ਤੇ ਕਿਹਾ ਹੈ ਇੰਡਸਟਰੀ ਦੇ ਨਾਲ 30%, ਵਾਹਨਾਂ ਦੇ ਨਾਲ 28% ਪ੍ਰਦੂਸ਼ਣ ਫੈਲਦਾ ਹੈ। ਸਰਕਾਰ ਦੇ ਵੱਲੋਂ ਦਾਖਲ ਜਵਾਬ ਦੇ ਮੁਤਾਬਿਕ ਪ੍ਰਦੂਸ਼ਣ ਦੇ ਵਿੱਚ ਪਰਾਲੀ ਦੀ ਸਭ ਤੋਂ ਘੱਟ ਹਿੱਸੇਦਾਰੀ ਹੈ। ਸੋ ਆਪਣੇ ਆਪ ਦੇ ਵਿੱਚ ਇਸ ਨੂੰ ਲੈ ਕੇ ਹੁਣ ਜ਼ਰੂਰ ਸਵਾਲ ਖੜੇ ਹੁੰਦੇ ਨੇ ਕਿ ਜਿੱਥੇ ਪਹਿਲਾਂ ਵੱਖ-ਵੱਖ ਸਰਕਾਰਾਂ ਵਿੱਚ, ਚਾਹੇ ਦਿੱਲੀ ਸਰਕਾਰ ਦੀ ਗੱਲ ਕੀਤੀ ਜਾਵੇ, ਜਦੋਂ ਵੀ ਝੋਨੇ ਦਾ ਸੀਜ਼ਨ ਹੁੰਦਾ ਹੈ, ਪਰਾਲੀ ਨੂੰ ਸਾੜਨ ਦਾ ਸਮਾਂ ਆਉਂਦਾ ਹੈ, ਤਾਂ ਇਸ ਦੇ ਲਈ ਕਿਸਾਨਾਂ ਨੂੰ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ ਕਿ ਕਿਸਾਨਾਂ ਦੇ ਵੱਲੋਂ ਜਿਹੜੀ ਪਰਾਲੀ ਨੂੰ ਅੱਗ ਲਗਾਈ ਜਾਂਦੀ ਹੈ, ਉਸ ਦੇ ਕਾਰਨ ਦਿੱਲੀ ਦੇ ਵਿੱਚ ਪ੍ਰਦੂਸ਼ਣ ਦਾ ਪੱਧਰ ਵੱਧਦਾ ਹੈ। ਪਰ ਜਿਹੜਾ ਹਲਫਨਾਮਾ ਸੁਪਰੀਮ ਕੋਰਟ ਦੇ ਵਿੱਚ ਕੇਂਦਰ ਨੇ ਦਾਖਲ ਕੀਤਾ, ਉਸ ਦੇ ਵਿੱਚ ਕਿਹਾ ਗਿਆ ਕਿ ਪਰਾਲੀ ਸਾੜਨ ਦੇ ਨਾਲ ਮਹਿਜ਼ 4% ਪ੍ਰਦੂਸ਼ਣ ਫੈਲਦਾ ਹੈ, ਜਦਕਿ ਇੰਡਸਟਰੀ ਦੇ ਨਾਲ 30%, ਵਾਹਨਾਂ ਦੇ ਨਾਲ 28% ਪ੍ਰਦੂਸ਼ਣ ਫੈਲਦਾ ਹੈ। ਇੰਡਸਟਰੀ ਤੇ ਵਾਹਨਾਂ ਦਾ ਪ੍ਰਦੂਸ਼ਣ ਇੱਕ ਵੱਡਾ ਜਿਹੜਾ ਫੈਕਟਰ ਆ ਇਸ ਹਲਫਨਾਮੇ ਦੇ ਵਿੱਚ ਕਿਹਾ ਗਿਆ ਹੈ। ਇਸੇ ਕਰਕੇ ਸੁਪਰੀਮ ਕੋਰਟ ਲਗਾਤਾਰ ਦਿੱਲੀ ਸਰਕਾਰ ਨੂੰ ਵੀ, ਕੇਂਦਰ ਨੂੰ ਵੀ, ਸੂਬਾ ਸਰਕਾਰਾਂ ਨੂੰ ਸਵਾਲ ਕੀਤਾ ਜਾ ਰਿਹਾ ਹੈ ਕਿ ਆਖਿਰਕਾਰ ਪ੍ਰਦੂਸ਼ਣ ਦੀ ਸਮੱਸਿਆ ਦੇ ਨਾਲ ਨਜਿੱਠਣ ਦੇ ਲਈ, ਪ੍ਰਦੂਸ਼ਣ ਨੂੰ ਖਤਮ ਕਰਨ ਦੇ ਲਈ ਸਰਕਾਰਾਂ ਦੇ ਵੱਲੋਂ ਕਦਮ ਕਿਹੜੇ-ਕਿਹੜੇ ਚੁੱਕੇ ਗਏ ਨੇ, ਜਿਸ ਨੂੰ ਲੈ ਕੇ ਕੇਂਦਰ ਨੂੰ ਐਮਰਜੈਂਸੀ ਮੀਟਿੰਗ ਬੁਲਾਉਣ ਦੇ ਲਈ ਵੀ ਕਿਹਾ ਗਿਆ ਸੂਬਾ ਸਰਕਾਰਾਂ ਦੇ ਨਾਲ। ਇਹ ਵੀ ਕਿਹਾ ਗਿਆ ਕਿ ਉਹਨਾਂ ਸਾਰੇ ਸੂਬਿਆਂ ਦੇ ਮੁੱਖ ਸਕੱਤਰ ਵੀ ਇਸ ਮੀਟਿੰਗ ਦੇ ਵਿੱਚ ਹੋਣੇ ਲਾਜ਼ਮੀ ਨੇ। ਸੋ ਸੁਪਰੀਮ ਕੋਰਟ लगातार सख्त नजर आ रहा है। ऐसे खबर से ज्यादा जानकारी लिए मेरे सहयोगी सुशील पांडे जुड़े हुए हैं। सुशील, क्या कुछ जानकारी? आज देखिए, साफ तौर से सुप्रीम कोर्ट में जो सुनवाई हुई, सुनवाई से कहीं ना कहीं केंद्र सरकार और दिल्ली सरकार की तरफ से जो हलफनामा दाखिल किया गया था, उस हलफनामे से कोर्ट संतुष्ट दिखा नहीं और इसीलिए आज नाराजगी भी जाहिर की। हालांकि जो हलफनामा दाखिल किया गया उसमें यह बताया गया है कि जो पराली है, पराली जलाने से केवल 4% ही प्रदूषण है, बाकी और जो रीजन है जिसमें डस्टिंग है, इंडस्ट्री के द्वारा निकलता हुआ धुआं है, गाड़ियां जो सड़कों पर चलती हैं उससे, ये तमाम कारण जो हैं वो फिलहाल पोल्यूशन के जो लेवल हैं उनको उसमें जोड़ा गया है। और इसीलिए आज कोर्ट में ये बताया गया कि पराली एक प्रमुख वजह नहीं है प्रदूषण के बढ़ते हुए स्तर पर रोक लगाने के लिए, जबकि और भी कारण है। और इसीलिए दिल्ली सरकार पर नाराजगी जाहिर करते हुए सुप्रीम कोर्ट ने ये स्पष्ट किया है कि दिल्ली सरकार ने जो तमाम दावे हलफनामे में किए हैं वो सिर्फ कागजों पे है, हालांकि जमीनी हकीकत कुछ और है। और इसीलिए सुप्रीम कोर्ट ने ये नाराजगी जाहिर की और ये कहा कि दिल्ली सरकार, केंद्र सरकार, पंजाब सरकार और हरियाणा सरकार
प्रदूषण पर रोक लगाने के लिए कल एक इमरजेंसी मीटिंग करेंगी और जमीनी जो परिवर्तन है उसको लेकर जो फिलहाल कदम उठाने की जो बातें हैं उसको लेकर एक हलफनामा दाखिल करेंगी। हालांकि कोर्ट में ये कहा भी गया है दिल्ली सरकार की तरफ से कि कई कदम उठाए गए हैं, जिसमें स्कूल बंद कर दिए गए हैं, कंस्ट्रक्शन साइट्स जो हैं वो फिलहाल अभी कुछ दिनों के लिए बंद किए गए हैं, लेकिन कोर्ट इन तमाम चीजों से संतुष्ट नहीं हुआ और कोर्ट ने ये कहा है कि एक बार फिर से तमाम जो राज्य सरकारें हैं वो आपस में बैठें और तत्काल प्रभाव से प्रदूषण पर किस तरह रोक लगाया जाए उस पर एक निर्णय लें। बुधवार को दोबारा सुप्रीम कोर्ट इस मामले की सुनवाई करेगा। तब तक तमाम राज्य सरकारों को और केंद्र सरकार को तत्काल प्रदूषण पर रोक लगाने के लिए कोई बड़ा कदम उठाने का निर्देश दिया ठीक है सुशील, फिलहाल ਦੀ ਪੂਰੀ ਜਾਣਕਾਰੀ ਤੁਹਾਡਾ ਬਹੁਤ ਬਹੁਤ ਧੰਨਵਾਦ। ਪ੍ਰਦੂਸ਼ਣ ਦੇ ਮੁੱਦੇ ਤੇ ਕੇਂਦਰ ਨੇ ਸੁਪਰੀਮ ਕੋਰਟ ਦੇ ਵਿੱਚ ਹਲਫਨਾਮਾ ਦਾਖਲ ਕੀਤਾ ਹੈ। ਕੇਂਦਰ ਦਾ ਹਲਫਨਾਮੇ ਦੇ ਵਿੱਚ ਕਹਿਣਾ ਹੈ ਕਿ ਪਰਾਲੀ ਸੜਨ ਦੇ ਨਾਲ ਮਹਿਜ਼ 4% ਪ੍ਰਦੂਸ਼ਣ ਫੈਲਦਾ ਹੈ। फिलहाल इसे रुक रहे हैं छोटी जी ब्रेक ली, जल्द हाजिर होने इस ब्रेक के बाद।